ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ। ਹਰ ਗੁਣ ਗਾਵਸੀ ਹੇ ਰਬ ਹੇ ਸਸ ਹੇ ਕਰੁਣਾ ਨਿਧ। ਮੇਰੀ ਅਭੈ ਬਿਨਤੀ ਸੁਨ ਲੀਜੈ, ਔਰ ਨ ਮਾਂਗਤ ਹਉ ਤੁਮ ਤੇ ਕਛ ਚਾਹਤ ਹਉ ਚਿਤ ਮੈਂ ਸੋਈ ਕੀਜੈ। ਸ਼ਸਤਰਨ ਸਿਉ ਅਤ ਹੀ ਰਣ ਭੀਤਰ ਜੂਝ ਮਰਉ ਤਉ ਸਾਚ ਪਤੀਜੈ। ਸੰਤ ਸਹਾਇ ਸਦਾ ਜਗ ਮਾਇ, ਕਿਰਪਾ ਕਰ ਸਿਆਮ ਇਹ ਵਰ ਦੀਜੈ। ਸੰਤ ਸਹਾਇ ਸਦਾ ਜਗ ਮਾਇ, ਕਿਰਪਾ ਕਰ ਸਿਆਮ ਇਹ ਵਰ ਦੀਜੈ। ਦਸੋਂ ਹੀ ਪਾਤਸ਼ਾਹੀਆਂ ਦੀ ਜੋਤ, ਜੁਗ ਹੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਿਸ਼ੋਬਤ ਗੁਰੂ ਖਾਲਸਾ ਸਤ ਸੰਗਤ ਜੀਓ, ਗੁਰਬਾਣੀ ਦਾ ਰਸ ਭਿੰਨਾ ਕੀਰਤਨ ਅਤੇ ਹਜ਼ੂਰ ਦਾ ਅੰਮ੍ਰਿਤ ਵੇਲੇ ਦਾ ਫੁਰਮਾਨ ਆਪ ਜੀ ਨੇ ਸ਼ਰਧਾ ਤੇ ਪਿਆਰ ਦੇ ਨਾਲ ਸਰਵਣ ਕੀਤਾ ਹੈ, ਆਨੰਦ ਮਾਣਿਆ ਹੈ। ਉਪਰੰਤ ਅਰਦਾਸ ਦੇ ਸੰਬੰਧ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜਿਨ੍ਹਾਂ ਨੇ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਦਸੋਂ ਹੀ ਪਾਤਸ਼ਾਹੀਆਂ ਦੀ ਜੋ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਅੱਗੇ ਸੀ ਪੰਜ ਪਿਆਰਿਆਂ ਦਾ ਜ਼ਿਕਰ, ਤੇ ਉਸ ਤੋਂ ਅੱਗੇ ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ। ਤੇ ਕੁਝ ਵਿਚਾਰਾਂ ਕੱਲ ਇੱਥੇ ਤੱਕ ਹੋਈਆਂ ਸਨ ਕਿ ਹੋਰ ਗੁਰੂ ਸਾਹਿਬਾਨਾਂ ਦੇ ਵੀ ਸਾਹਿਬਜ਼ਾਦੇ ਸਪੁੱਤਰ ਹੋਏ, ਪਰ ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਦਰਜਾ ਨਹੀਂ ਦਿੱਤਾ ਗਿਆ। ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ, ਉਹਨਾਂ ਦਾ ਮਹਾਨ ਕੋਸ਼ ਪੜ੍ਹ ਕੇ ਦੇਖ ਲੈਣਾ। ਕੇਵਲ ਤੇ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਦੇ ਛੋਟੇ ਸਪੁੱਤਰ, ਉਹਨਾਂ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਗਿਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਜਾਂ ਮੇਰੀ ਪ੍ਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੋਤਰੇ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ, ਉਹਨਾਂ ਨੇ ਵੱਡੇ ਸਪੁੱਤਰ ਬਾਬਾ ਰਾਮ ਰਾਏ, ਉਹਨਾਂ ਜੋ ਕੁਝ ਕੀਤਾ ਆਪ ਸਾਰੇ ਜਾਣਦੇ ਆ। ਛੋਟੇ ਸਪੁੱਤਰ ਨੂੰ ਗੁਰਤਾ ਗੱਦੀ, ਫਿਰ ਉਹਨਾਂ ਨੇ ਆਪਣੇ ਦਾਦਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੇ ਸਪੁੱਤਰ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ।
ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਦਾ ਕੋਈ ਜ਼ਿਕਰ ਨਹੀਂ। ਬਾਬਾ ਦਾਤੂ ਜੀ ਤੇ ਦਾਸੂ ਜੀ ਦਾ ਇੱਥੇ ਕੋਈ ਹਵਾਲਾ ਨਹੀਂ, ਬਲਕਿ ਉਹ ਗੁਰੂ ਘਰ ਦੇ ਅੰਦਰ ਆ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਦੇ ਹਨ ਗੋਬਿੰਦਵਾਲ ਸਾਹਿਬ ਵਿਖੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਉਸ ਵੇਲੇ ਨਾਰਾਜ਼ ਹੋ ਗਏ ਕਿ ਹੱਕ ਮੇਰਾ ਬਣਦਾ ਹੈ, ਵੱਡਾ ਪੁੱਤਰ ਮੈਂ ਹਾਂ ਤੇ ਇਹ ਘਰ ਦੇ ਅੰਦਰ ਸੇਵਾਦਾਰ, ਸੇਵਾ ਕਰਨ ਵਾਲਾ, ਟੋਕਰੀ ਢੋਣ ਵਾਲਾ ਤੇ ਲੰਗਰ 'ਚ ਭਾਂਡੇ ਮਾਂਜਣ ਵਾਲਾ, ਗੁਰੂ ਘਰ ਵਿੱਚ ਧਰਮਸ਼ਾਲਾ ਵਿੱਚ ਝਾੜੂ ਦੇਣ ਵਾਲਾ, ਇਹ ਘਰ ਦਾ ਦਾਮਾਦ ਭਾਈ ਜੇਠਾ ਸ਼੍ਰੀ ਰਾਮਦਾਸ, ਇਹਨਾਂ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਨਾਰਾਜ਼ ਹੋ ਕੇ ਉੱਥੋਂ ਉੱਠ ਕੇ ਚਲੇ ਗਏ ਸੰਗਤ ਵਿੱਚੋਂ। ਦੂਸਰੇ ਸਪੁੱਤਰ ਸਨ ਬਾਬਾ ਮੋਹਰੀ ਜੀ, ਉਹਨਾਂ ਦਾ ਜ਼ਿਕਰ ਬਾਣੀ ਵਿੱਚ ਜ਼ਰੂਰ ਆਇਆ ਹੈ। ਸਤਿਗੁਰੂ ਕਹਿਣ ਲੱਗੇ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਇਹ ਮੇਰਾ ਹੀ ਰੂਪ ਹਨ। ਇਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਤੇ ਜੁਗਤ ਪ੍ਰਵੇਸ਼ ਹੋ ਗਈ ਹੈ। ਇਹ ਗੁਰੂ ਦਾ ਰੂਪ ਹਨ। ਜੋ ਗੁਰੂ ਦਾ ਰੂਪ ਸਮਝ ਕੇ ਮੱਥਾ ਟੇਕੇਗਾ ਉਹਦੀਆਂ ਆਸ਼ਾ ਮੁਰਾਦਾਂ ਪੂਰੀਆਂ ਹੋਣਗੀਆਂ। ਤੇ ਸਾਰਿਆਂ ਤੋਂ ਪਹਿਲਾਂ ਭਾਈ ਮੋਹਰੀ ਜੀ ਉੱਠੇ ਸਨ। ਉਹਨਾਂ ਦਾ ਜ਼ਿਕਰ ਆਇਆ, ਬਾਬਾ ਸੁੰਦਰ ਜੀ ਕਰਦੇ ਹਨ ਬਾਣੀ ਦੇ ਅੰਦਰ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈਂ ਪੈਰੀ ਭਾਈ ਜੀ। ਇਹਨਾਂ ਤੋਂ ਇਲਾਵਾ ਬਾਬਾ ਰਾਮ ਰਾਏ, ਉਹ ਵੀ ਗੁਰੂ ਦੀ ਔਲਾਦ ਸਨ। ਬਾਬਾ ਧੀਰਮਲ, ਬਾਬਾ ਪਿਰਥੀ ਚੰਦ, ਉਹ ਵੀ ਗੁਰੂ ਦੀ ਸੰਤਾਨ ਸਨ, ਪਰ ਉਹਨਾਂ ਨੂੰ ਉਹ ਦਰਜਾ ਨਹੀਂ ਪ੍ਰਾਪਤ ਹੋਇਆ। ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋ ਸਪੁੱਤਰ ਹਨ, ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਦਰਜਾ ਪ੍ਰਾਪਤ ਹੋਇਆ। ਉਹਦਾ ਕਾਰਨ ਜਿਸ ਵੇਲੇ ਆਨੰਦਪੁਰ ਸਾਹਿਬ ਸਨ ਸਤਿਗੁਰੂ, ਬਸੀ ਤੋਂ ਇੱਕ ਬ੍ਰਾਹਮਣ ਆਇਆ, ਕਹਿਣ ਲੱਗਾ ਉੱਥੋਂ ਦੇ ਹਾਕਮ ਨੇ ਮੈਂ ਵਿਆਹ ਕਰਕੇ ਆਪਣੀ ਧਰਮ ਪਤਨੀ ਨੂੰ ਡੋਲੀ ਵਿੱਚ ਬਿਠਾ ਕੇ ਘਰ ਲਿਆ ਰਿਹਾ ਸਾਂ, ਉਸਨੇ ਜ਼ਬਰਦਸਤੀ ਖੋਹ ਲਿਆ। ਸਤਿਗੁਰੂ ਕਹਿਣ ਲੱਗੇ ਭਾਈ ਕਿਹੜਾ ਸ਼ੂਰਬੀਰ ਜਾਵੇਗਾ ਜਿਹੜਾ ਇਹਦੇ ਜੀਵਨ ਸਾਥੀ ਨੂੰ ਵਾਪਸ ਲਿਆਵੇ। 17 ਸਾਲ ਦੀ ਉਮਰ ਦੇ ਅੰਦਰ ਉਸ ਵੇਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉੱਠ ਕੇ ਕਹਿਣ ਲੱਗੇ ਸਤਿਗੁਰੂ ਮੈਨੂੰ ਆਗਿਆ ਬਖਸ਼ੋ। ਨਾਲ 200 ਸਿੰਘਾਂ ਦਾ ਜੱਥਾ ਦਿੱਤਾ। ਸਤਿਗੁਰੂ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਜਿਹੜਾ ਹਾਕਮ ਹੋ ਕੇ ਪ੍ਰਜਾ ਦਾ ਆਗੂ ਹੋ ਕੇ ਤੇ ਪ੍ਰਜਾ ਦੇ ਅੰਦਰ ਇਤਨਾ ਗੰਦ ਫੈਲਾਉਂਦਾ ਹੋਵੇ, ਐਸੀ ਛੂਤ ਦੀ ਬਿਮਾਰੀ ਤੇ ਖਤਮ ਕਰ ਦੇਣੀ ਚਾਹੀਦੀ ਹੈ। ਕਹਿੰਦੇ ਉਸ ਨੂੰ ਵੀ ਪਕੜ ਕੇ ਲਿਆਂਦਾ। ਕੁਝ ਕੁ ਮੁਕਾਬਲਾ ਹੋਇਆ ਪਰ ਉਸ ਨੂੰ ਪਕੜ ਲਿਆਂਦਾ। ਉਸ ਦੀ ਧਰਮ ਪਤਨੀ ਉਸ ਬ੍ਰਾਹਮਣ ਦੇ ਹਵਾਲੇ ਕੀਤੀ। ਇਹ ਸਾਰੇ ਜਥੇਦਾਰੀ ਦੀ ਜ਼ਿੰਮੇਵਾਰੀ ਨਿਭਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ। ਤੇ ਜਿਸ ਵੇਲੇ ਉਸ ਹਾਕਮ ਨੂੰ ਪੇਸ਼ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ, ਸਤਿਗੁਰੂ ਕਹਿਣ ਲੱਗੇ ਜਿਹੜੇ ਗੰਦੇ ਕੱਪੜੇ ਹੋ ਜਾਣ, ਮੈਲੇ ਹੋ ਜਾਣ, ਉਹਨਾਂ ਦੀ ਤੇ ਧੋ ਕੇ ਸਫਾਈ ਹੋ ਸਕਦੀ ਹੈ। ਜਿਹੜੇ ਬਹੁਤ ਹੀ ਅਤ ਗੰਦੇ ਹੋ ਜਾਵਣ, ਉਹਨਾਂ ਦਾ ਕੀ ਇਲਾਜ ਹੈ। ਜੇ ਕੋਈ ਉਹਨਾਂ ਨੂੰ ਗ੍ਰਹਿਣ ਕਰੇ ਤੇ ਉਸ ਨੂੰ ਵੀ ਛੂਤ ਦੀ ਬਿਮਾਰੀ ਲੱਗ ਸਕਦੀ ਹੈ। ਕਹਿਣ ਲੱਗਾ, ਆਪ ਹੀ ਕਹਿਣ ਲੱਗਾ ਉਹ ਹਾਕਮ, ਕਹਿੰਦਾ ਫਿਰ ਐਸੇ ਕੱਪੜਿਆਂ ਨੂੰ ਜਲਾ ਦੇਣਾ ਚਾਹੀਦਾ ਹੈ। ਕਹਿੰਦੇ ਤੂੰ ਵੀ ਅਤ ਛੂਤ ਦੀ ਬਿਮਾਰੀ ਹੈ ਜੋ ਪ੍ਰਜਾ ਦੇ ਅੰਦਰ, ਪਬਲਿਕ ਦੇ ਅੰਦਰ ਇਹ ਗੰਦ ਫੈਲਾ ਰਹੇ ਹੈ। ਅੱਜ ਤੋਂ ਪਹਿਲਾਂ ਕਿਤਨੇ ਜ਼ੁਲਮ ਕੀਤੇ ਨੇ। ਕਹਿੰਦੇ ਸੱਚ ਤੇ ਇਹ ਹੈ ਕਿ ਗਿਣਤੀ ਕੋਈ ਨਹੀਂ, ਮੈਂ ਕਿੰਨੇ ਕੁ ਅਪਰਾਧ ਕਰ ਚੁੱਕਾ, ਕੋਈ ਪਤਾ ਨਹੀਂ, ਕੋਈ ਗਿਣਤੀ ਨਹੀਂ।
ਕਹਿੰਦੇ ਫਿਰ ਉਸ ਛੂਤ ਦੇ ਕੱਪੜਿਆਂ ਦੀ ਤਰ੍ਹਾਂ ਇਸ ਨੂੰ ਵੀ ਉਸੇ ਤਰ੍ਹਾਂ ਹੀ ਸਜ਼ਾ ਦਿੱਤੀ ਜਾਵੇ। ਉਸ ਨੂੰ ਸਜ਼ਾ ਦਿੱਤੀ। ਜਿਨ੍ਹਾਂ ਨੇ ਪਰਉਪਕਾਰ ਦੇ ਕਰਮ ਕੀਤੇ, ਲੁਕਾਈ ਦਾ ਭਲਾ ਕੀਤਾ, ਤੇ ਜਿਸ ਵੇਲੇ ਘੇਰਾ ਪਿਆ ਤੇ ਸਤਿਗੁਰੂ ਜੀ ਪਰਿਵਾਰ ਨੂੰ ਲੈ ਕੇ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਤੇ ਫੌਜਾਂ ਨੂੰ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ ਜਿਸ ਵੇਲੇ ਸਰਸਾ ਦੇ ਕਿਨਾਰੇ ਤੇ ਆਉਂਦੇ ਹਨ, ਇੱਥੇ ਤੱਕ ਹੋਈ ਸੀ ਇਹ ਕਥਾ ਕੱਲ ਵਾਲੇ ਪ੍ਰਸੰਗ ਦੇ ਅੰਦਰ। ਆਸ਼ਾ ਕੀ ਵਾਰ ਦਾ ਕੀਰਤਨ ਕਹਿਣ ਲੱਗੇ, ਦੁਸ਼ਮਣਾਂ ਦਾ ਇਹ ਦਲ 10 ਲੱਖ ਦੀ ਫੌਜ ਟਿੱਡੀ ਦਲ ਦੀ ਤਰ੍ਹਾਂ ਪਿੱਛੇ ਆ ਰਹੀ ਹੈ ਤੇ ਉਹਨਾਂ ਨੂੰ ਕੌਣ ਰੋਕੇਗਾ? ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਮੈਨੂੰ ਆਗਿਆ ਬਖਸ਼ੋ। ਕੁਝ ਸਿੰਘਾਂ ਨੂੰ ਨਾਲ ਲੈ ਕੇ ਆਪ ਜੀ ਉੱਥੇ ਜਾ ਕੇ ਰਸਤਾ ਰੋਕ ਕੇ ਖਲੋ ਗਏ। ਬੜੀ ਜ਼ਬਰਦਸਤ ਉੱਥੇ ਜੰਗ ਹੋਈ, ਬੜੀ ਕਰਾਰੀ ਮਾਰ ਮਾਰੀ, ਦੁਸ਼ਮਣਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਕੀਰਤਨ ਦੀ ਸੰਪੂਰਨਤਾ ਹੋਈ ਤੇ ਸਤਿਗੁਰੂ ਕਹਿਣ ਲੱਗੇ, ਸਾਹਿਬਜ਼ਾਦਾ ਅਜੀਤ ਸਿੰਘ ਅਜੇ ਵਾਪਸ ਨਹੀਂ ਆਏ। ਬਾਬਾ ਜੀਵਨ ਸਿੰਘ ਜੀ ਕਹਿਣ ਲੱਗੇ, ਮੈਨੂੰ ਆਗਿਆ ਬਖਸ਼ੋ, ਮੈਂ ਜਾ ਕੇ ਰਸਤਾ ਰੋਕਣਾ ਦੁਸ਼ਮਣਾਂ ਦਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮੈਂ ਤੁਹਾਡੇ ਕੋਲ ਭੇਜਣਾ। ਸਰਸਾ ਦੇ ਅੰਦਰ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਬਾਰਿਸ਼ਾਂ ਹੋ ਰਹੀਆਂ ਤੇ ਨਦੀਆਂ ਪੂਰਨ ਤੌਰ ਤੇ ਆਪਣੇ ਜੋਬਨ ਦੇ ਅੰਦਰ ਉਫਾਨ ਦੇ ਉੱਪਰ ਹਨ, ਸਰਸਾ ਵੀ ਪਿੱਛੇ ਕਿਧਰੇ ਪਹਾੜਾਂ ਦੇ ਅੰਦਰ ਬਾਰਿਸ਼ ਹੋਈ ਤੇ ਉਹ ਵੀ ਆਪਣੇ ਪੂਰੇ ਜੋਬਨ ਤੇ ਸੀ। ਇੱਥੇ ਸਤਿਗੁਰੂ ਜੀ ਦਾ ਜੋ ਪਰਿਵਾਰ ਸੀ ਉਹ 3 ਹਿੱਸਿਆਂ ਦੇ ਅੰਦਰ ਵੰਡਿਆ ਗਿਆ। ਸਤਿਗੁਰੂ ਜੀ 5 ਪਿਆਰੇ, 2 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ। ਕੁਝ ਗਿਣਤੀ ਦੇ ਸਿੱਖ ਤਕਰੀਬਨ ਜਿਨ੍ਹਾਂ ਦੀ ਗਿਣਤੀ 40 ਲਿਖੀ ਹੈ, ਇਹ ਸਰਸਾ ਪਾਰ ਹੋਏ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਤੇ ਕੁਝ ਗਿਣਤੀ ਦੇ ਸਿੰਘ ਉਹਨਾਂ ਦੇ ਨਾਲ ਸਨ। ਦੋਨਾਂ ਮਾਤਾਵਾਂ ਨੂੰ ਨਾਲ ਲੈ ਕੇ ਹਰਿਦੁਆਰ ਦੇ ਰਸਤੇ ਹੁੰਦੇ ਹੋਏ ਇਹ ਦਿੱਲੀ ਪਹੁੰਚਦੇ ਹਨ। ਤੀਸਰੇ ਗਰੁੱਪ ਦੇ ਅੰਦਰ ਸਤਿਕਾਰਯੋਗ ਬਜ਼ੁਰਗ ਮਾਤਾ ਗੁਜਰ ਕੌਰ ਜੀ ਤੇ 2 ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਹਨੇਰੇ ਵਿੱਚ ਪਤਾ ਕੋਈ ਨਾ ਚੱਲੇ ਕਿੱਧਰ ਨੂੰ ਜਾਣਾ ਹੈ ਤੇ ਕਿੱਧਰ ਨਹੀਂ ਜਾਣਾ। ਅੱਗੇ ਪਾਣੀ ਹੈ, ਪਤਾ ਨਹੀਂ ਕਿਤਨਾ ਕੁ ਹੈ। ਫਿਰ ਜਿੱਧਰ ਨੂੰ ਪਾਣੀ ਜਾ ਰਿਹਾ ਸੀ ਉਧਰਲੇ ਪਾਸੇ ਕਿਨਾਰੇ ਕਿਨਾਰੇ ਚੱਲਣਾ ਸ਼ੁਰੂ ਕਰ ਦਿੱਤਾ। ਕੁੰਮੇ ਮਾਸ਼ਕੀ ਨੇ ਜਲ ਪਾਣੀ ਦੀ ਸੇਵਾ ਕੀਤੀ। ਗੰਗੂ ਬ੍ਰਾਹਮਣ ਆ ਗਿਆ, ਕਹਿਣ ਲੱਗਾ, ਮੇਰਾ ਪਿੰਡ ਇੱਥੇ ਕੋਲ ਹੀ ਹੈ, ਖੇੜੀ, ਆਓ ਮੇਰੇ ਪਿੰਡ ਚੱਲੋ। ਮਾਤਾ ਜੀ ਨੂੰ ਮੱਥਾ ਟੇਕਿਆ, ਵੇਖਿਆ ਗੁਰੂ ਘਰ ਦਾ ਸੇਵਾਦਾਰ ਹੈ, ਉਹਦੇ ਤੇ ਵਿਸ਼ਵਾਸ ਕਰ ਲਿਆ, ਭਰੋਸਾ ਕਰ ਲਿਆ। ਘਰ ਲੈ ਗਿਆ ਤੇ ਮਾਤਾ ਜੀ ਦਾ ਉਹ ਸਮਾਨ ਜੋ ਖੱਚਰ ਦੇ ਉੱਪਰ ਲੱਦਿਆ ਹੋਇਆ ਸੀ ਉਤਾਰਿਆ, ਘਰ ਦੇ ਅੰਦਰ ਰੱਖਿਆ ਤੇ ਦੇਖਿਆ ਉਹਦੇ ਵਿੱਚ ਕੁਝ ਬਹੁਤ ਸਾਰੀਆਂ ਮੋਹਰਾਂ ਵੀ ਸਨ। ਈਮਾਨ ਡੋਲ ਗਿਆ। ਖਿਆਲ ਆਇਆ ਕਿ ਸਰਕਾਰ ਵੱਲੋਂ ਹੁਕਮ ਹੈ ਕਿ ਗੁਰੂ ਗੋਬਿੰਦ ਸਿੰਘ ਜਾਂ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਕੋਈ ਪਕੜਾਏ ਤੇ ਉਹਨੂੰ ਇਨਾਮ ਦਿੱਤਾ ਜਾਏਗਾ। ਇੱਕ ਤਾਂ ਸਰਕਾਰੋਂ ਇਨਾਮ ਮਿਲੇਗਾ, ਇੱਕ ਇਹ ਮਾਇਆ ਮੇਰੇ ਕੋਲ ਰਹੇਗੀ। ਮੁਰੰਡੇ ਜਾ ਕੇ ਖਬਰ ਦੇ ਦਿੱਤੀ। ਉਹ ਆਏ ਮੌਕੇ ਦੇ ਹਾਕਮ ਤੇ ਉਹਨਾਂ ਨੇ ਬਸੀ ਹੁੰਦਿਆਂ ਹੋਇਆਂ ਸਰਹੰਦ ਪਹੁੰਚਾ ਦਿੱਤਾ। ਵਜੀਦੇ ਨੂੰ ਖਬਰ ਦੇ ਦਿੱਤੀ ਤੇ ਠੰਡੇ ਬੁਰਜ ਦੇ ਅੰਦਰ ਮਾਤਾ ਗੁਜਰ ਕੌਰ ਜੀ ਤੇ ਦੋਨੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਔਰ ਇਧਰ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਜਿਸ ਵੇਲੇ ਸਰਸਾ ਪਾਰ ਕਰਕੇ ਆਪਣੇ ਗਿਣਤੀ ਦੇ 40 ਸਿੰਘਾਂ ਨੂੰ ਨਾਲ ਲੈ ਕੇ ਜਦੋਂ ਦੂਸਰੇ ਪਾਸੇ ਆਉਂਦੇ ਹਨ, ਇਸ ਇਲਾਕੇ ਦੇ ਅੰਦਰ ਰਸਤੇ ਦੇ ਅੰਦਰ ਚਮਕੌਰ ਨਾਮ ਦਾ ਨਗਰ ਪੈਂਦਾ ਹੈ। ਇੱਥੋਂ ਦਾ ਰਹਿਣ ਵਾਲਾ ਇੱਕ ਬੁੱਧੀ ਚੰਦ ਜ਼ਮੀਂਦਾਰ, ਖੇਤੀਬਾੜੀ ਕਰਦਾ ਹੈ ਗੁਰੂ ਦਾ ਸਿੱਖ। ਉਸ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇੱਥੇ ਕਿਤੇ ਨਜ਼ਦੀਕ ਕਿਸੇ ਬਾਗ ਬਗੀਚੇ ਵਿੱਚ ਆਏ ਨੇ। ਇੱਕ ਬੜਾ ਸੁੰਦਰ ਬਾਗ ਸੀ। ਕਹਿਣ ਲੱਗੇ ਇੱਥੇ ਮੋਰਚਾਬੰਦੀ ਕਰਨੇ ਆ ਚਮਕੌਰ ਤੋਂ ਬਾਹਰ। ਜੇ ਦੁਸ਼ਮਣਾਂ ਦਾ ਟਿੱਡੀ ਦਲ ਆਵੇਗਾ ਤੇ ਇੱਥੋਂ ਮੁਕਾਬਲਾ ਕਰਾਂਗੇ। ਉਹ ਆਇਆ ਬੁੱਧੀ ਚੰਦ ਤੇ ਕਹਿਣ ਲੱਗਾ ਸਤਿਗੁਰੂ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਹਦੇ ਨਾਲੋਂ ਬੈਟਰ ਹੈ ਕਿ ਜੇ ਤੁਸੀਂ ਭਾਵੇਂ ਹਵੇਲੀ ਕੱਚੀ ਹੈ ਉੱਥੇ ਆਓ ਤੇ ਉੱਥੇ ਫਿਰ ਵੀ ਕੁਛ ਸੇਫ ਹੈ। ਸਤਿਗੁਰੂ ਜੀ ਆਪਣੇ ਨਾਲ ਦੀਆਂ ਸਿੰਘਾਂ ਨੂੰ ਲੈ ਕੇ ਉੱਥੇ ਆ ਪਹੁੰਚਦੇ ਹਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਹੋਰ ਕੁਝ ਗਿਣਤੀ ਦੇ ਸਿੰਘ ਕਹਿਣ ਲੱਗੇ ਸਤਿਗੁਰੂ ਮਾਤਾ ਜੀ ਦੇ ਬਾਰੇ ਕੋਈ ਪਤਾ ਨਹੀਂ, ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਕੋਈ ਪਤਾ ਨਹੀਂ, ਉਹ ਕਿੱਥੇ ਹਨ? ਤੇ ਆਪ ਜੀ ਆਗਿਆ ਦਿਓ ਤੇ ਅਸੀਂ ਉਹਨਾਂ ਨੂੰ ਲੱਭ ਕੇ ਲਿਆਈਏ। ਤੇ ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਤੁਸੀਂ ਉਹਨਾਂ ਦਾ ਫਿਕਰ ਨਾ ਕਰੋ। ਕਿਆ ਫਿਕਰ ਕਰਤੇ ਹੋ ਜਾਨ ਨਿਸ਼ਾਰੋ, ਉਹਨਾਂ ਦਾ ਫਿਕਰ ਨਾ ਕਰੋ। क्या फिक्र करते हो जान निशारो, ये उन बच्चों का इम्तिहान हो रहा है। कहते उन्हां दा इम्तिहान है। और सिक्खी केशां सुआसां दे नाल निभा के किस तरह अकाल पुरख दे दर ते प्रवान हुंदे हन। तुसीं उन्हां दा फिक्र ना करो। तुदी आगे अरदास। जिधर माता जी ਜਾਂ ਸਾਹਿਬਜ਼ਾਦੇ ਗਏ ਨੇ ਉਹ ਆਪਣੇ ਇਮਤਿਹਾਨ 'ਚ ਪੂਰੇ ਉਤਰਨ, ਇਹ ਅਰਦਾਸ ਕਰੋ। ਕਿ ਉਹਨਾਂ ਦੀ ਸਿੱਖੀ ਕੇਸਾਂ ਤੇ ਸੁਆਸਾਂ ਦੇ ਨਾਲ ਨਿਭ ਜਾਵੇ। ਫਿਰ ਦੂਸਰੀ ਵਾਰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜੇ ਆਗਿਆ ਬਖਸ਼ਿਸ਼ ਕਰੋ, ਪ੍ਰਵਾਨਗੀ ਦਿਓ ਤੇ ਅਸੀਂ 5-7 ਸਿੱਖ ਜਾਣੇ ਆ ਤੇ ਪਤਾ ਕਰ ਆਉਂਦੇ ਆ, ਜਿੱਥੋਂ ਮਿਲ ਗਏ ਉੱਥੋਂ ਉਹਨਾਂ ਨੂੰ ਨਾਲ ਲੈ ਆਵਾਂਗੇ। ਸਰਦੀਆਂ ਦੇ ਦਿਨ ਤੇ ਕਿੱਥੇ ਉਹ ਪਰੇਸ਼ਾਨ ਹੋਣਗੇ। ਸਤਿਗੁਰੂ ਕਹਿਣ ਲੱਗੇ ਨਹੀਂ ਅਰਦਾਸ ਕਰੋ। ਤੁਸੀਂ ਛੋਟੇ ਪੁੱਤਰਾਂ ਦੀ ਗੱਲ ਕਰਦੇ ਹੋ, ਕਹਿੰਦੇ ਹੋ ਕਿ ਉਹਨਾਂ ਨੂੰ ਲੱਭ ਲਿਆਈਏ। ਆ ਜਿਹੜੇ 2 ਪੁੱਤਰ ਮੇਰੇ ਕੋਲ ਖਲੋਤੇ ਨੇ ਨਾ, ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ, ਇੱਕ ਖੱਬੇ ਪਾਸੇ ਤੇ ਇੱਕ ਸੱਜੇ ਪਾਸੇ। ਹਜ਼ੂਰ ਕਹਿਣ ਲੱਗੇ ਤੁਸੀਂ ਉਹਨਾਂ ਛੋਟਿਆਂ ਦੀ ਗੱਲ ਕਰਨੇ ਹੋ, ਇਹ 2 ਜਿਹੜੇ ਮੇਰੇ ਕੋਲ ਖਲੋਤੇ ਨੇ ਇਹ ਵੀ ਅੱਜ ਦੀ ਰਾਤ ਮੇਰੇ ਪਾਸ ਹੈ। ਕੱਲ ਨੂੰ ਇਹਨਾਂ ਨੇ ਵੀ ਇਮਤਿਹਾਨ ਦੇਣਾ ਹੈ। ਮੈਦਾਨੇ ਜੰਗ ਦੇ ਅੰਦਰ ਇਹਨਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਹਨ। ਕੱਲ ਨੂੰ ਇਹਨਾਂ ਵੱਡਿਆਂ ਨੇ ਵੀ ਮੇਰੇ ਨਾਲ ਨਹੀਂ ਹੋਣਾ, ਬਸ ਅੱਜ ਦੀ ਰਾਤ ਹੈ। ਹੁਣ ਉਹ ਕੱਚੀ ਗੜੀ ਦੇ ਅੰਦਰ ਸਤਿਗੁਰੂ ਜੀ, ਦੋਨੋਂ ਸਾਹਿਬਜ਼ਾਦੇ, 5 ਪਿਆਰੇ ਤੇ ਹੋਰ ਗਿਣਤੀ ਦੇ ਸਿੱਖ ਤੇ ਬਾਹਰਲੇ ਪਾਸੇ 10 ਲੱਖ ਯਲਗਾਰਾਂ ਦਾ ਇਹ ਘੇਰਾ। ਵਜੀਦ ਖਾਨ ਨੇ ਢੋਲ ਵਜਾ ਕੇ ਮੁਨਾਦੀ ਕਰਵਾਈ ਉਸ ਗੜੀ ਦੇ ਨਜ਼ਦੀਕ ਤੱਕ ਜਿੱਥੇ ਤੱਕ ਆਵਾਜ਼ ਪਹੁੰਚ ਸਕੇ। ਐ ਪੀਰ ਜੀ, ਗੁਰੂ ਜੀ, ਜੇ ਤੁਸੀਂ ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ ਹੋ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ।
इस दा उत्तर सतगुरु जी ने ते गुरु दियां प्यारियां ਸਿੰਘਾਂ ने तीरां दी बौछाड़ दे नाल उत्तर दिता। उस गली दे अंदर आप सतगुरु ते बाहर नवें तो नवी टैकनीक दे बने हुए शस्त्र जिन्हां दे नाल फौजां तैयार बर तैयार सन, 10 लाख की गिणती। गुर से नाह चिकारे कुनंद चेहल नर के दहिल अकबर आयद बरो बेखबर। भुखे प्यासे कड़ाके दी सर्दी, चलदियां ठंडियां हवावां ते कितने दिनों तो आराम भी नहीं किया। इस चमकौर दी गड़ी दे अंदर ते भाई दया सिंह कहन लगे, सतगुरु एक बेनती है। मैं एक छोटा जिहा टेंट लगाया है छत दे उपर, ਸਿੰਘਾਂ ਨੂੰ भी झट घड़ी आराम कर लैण दिओ, क्योंकि कल दिन चढ़े पता नहीं फौजां आ जाण ते मुकाबला करना पवे। कई दिनों तो इन्हां भी आराम कोई नहीं कीता ते मैं वेख रहा तुसी आप जी ने भी आराम कोई नहीं कीता कई दिनों तो। आप जी थोड़ी देर जाके उत्थे उस टेंट के अंदर आराम कर लो। जिस वेले सतगुरु जी ने बेनती की ते सतगुरु ने ਸਿੰਘਾਂ ਨੂੰ इशारा किया, चंगा इन्हां नूं कह दिओ जिन्हां ने आराम करना वो कर सकते हैं। कुछ लेट गए जमी पे जे पोश बिछाकर, घोड़ियां दियां काठियां सराणे रख लईयां ते जो वस्त्र जो कपड़े कंबल इत्यादि खेस वगैरह उन्हां दे तन दे उपर शरीर दे उपर पाए सन, जिहदे ते काठी टिकाई जाती है, वो थले बिछा के एक अद्धा वस्त्र उपर लैके कुछ सिंह तां उत्थे आराम करन लग पे। कुछ लेट गए जमी पे जे पोश बिछाकर, पहरा लगे देने कई तलवार उठाकर। शस्त्र पकड़ के कुछ इधर उधर ख्याल रखते पे ने कि दुश्मन की फौज किसी छल वल करके किसी धोखे दे नाल इस गड़ी के नजदीक ना आ जावे। गोविंद भी शबबाश हुए खेमा में जाकर, कलगीधर दशमेश पिता। वो जड़ा भाई दया सिंह जी कह रहे सन छोटा जिहा टेंट लगाया है तो साहबजादियां नूं लैके आप जी उथे झट घड़ी आराम कर लो। कई दिन हो गए आप जी ने भी आराम कोई नहीं किया। सतगुरु जी उस खेमे के अंदर आ गए। जिस वेले कुछ समा हो गया सतगुरु जी ने उस खेमे के अंदर गया होया, भाई दया सिंह जी विचार करते ने, देखा सतगुरु जी आराम करते भी पे हैं कि नहीं, लेट गए हैं, की कर रहे हैं। देखा तो वहां बैठे हैं गर्दन को झुकाकर, चौंकड़ा लगा हुआ है, हाथ जुड़े हुए हैं, शीश झुकया हुआ है। देखा तो वहां बैठे हैं गर्दन को झुकाकर, है वाहेगुरु 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 मुंह से निकलता है, तू ही तू ही तू मुंह से निकलता। निरंकार की याद के अंदर जुड़े हुए हैं। जिस वेले कुछ समा भाई दया सिंह जी इत्थे खलो के गर्दन चुका टेढ़ी करके वेखते पे सन ते वाहिगुरू वाहिगुरू की आवाज, तू ही तू की आवाज। भाई दया सिंह जी पिछे वापस आ गए। आप भी थोड़े फर्क दे नाल बाहर बैठ के चौंकड़ा मार के उस पासे वल के ध्यान बाहरले पासे वल भी रहे, नाले वाहिगुरू वाहिगुरू दे सिमरन दे अंदर
ਹੁਣ ਗੁਰੂ ਕੇ ਪਿਆਰੇ ਸਿੱਖ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲੇ ਗੁਰਸਿੱਖ ਸਨ। ਥੋੜੀ ਦੇਰ ਹੋਰ ਬਤੀਤ ਹੋਈ ਤੇ ਕੀ ਵੇਖਦੇ ਨੇ, जब 1.5 घड़ी रात गई जिक्रे खुदा में, खेमा से निकल आए सरकार हवा में। सतगुरु जी उस खेमे चों, वो जड़ा छोटा जिहा टेंट लगाया सी भाई दया सिंह जी ने, उहदे चों बाहर आ गए। खुली हवा दे अंदर ठंडी हवा चलती पई सी। कदमों से टहलते थे, कदे इधर कदे उधर, ਸਿੰਘਾਂ ਨੂੰ ਵੀ ਵੇਖਦੇ ਪਏ ਨੇ ਜਿਹੜੇ ਲੇਟੇ ਆਰਾਮ ਕਰ ਰਹੇ ਸਨ, ਤੇ ਆਲੇ ਦੁਆਲੇ ਵੀ ਨਜ਼ਰ ਫੇਰਦੇ ਨੇ ਕਿ ਦੁਸ਼ਮਣਾਂ ਦੀ ਫੌਜ ਕਿੱਥੇ ਤੱਕ ਆਈ ਹੈ, ਨਜ਼ਦੀਕ ਪਹੁੰਚ ਗਈ ਹੈ ਕਿ ਨਹੀਂ ਅਜੇ। कदमों से टहलते थे और दिल था दुआ में, बोले ऐ खुदावंद मैं खुश हूं तेरी रजा में। दुआ करते पे ने, अरदास करते पे ने, मैं तुझे आगे अरदास, जो तेरा हुक्म है, जो तेरी रजा है, मैं ये अंदर खुश हाँ, प्रसन्न हाँ। ते कल सवेर का दिन होवेगा, उस वेले अत ही रण मैं तब जूझ मरा। कितने परिवार, कितने गुरसिख उस सरसा की भेंट हो गए, रुड़ गए। आनंदपुर साहिब से मैं उथे भी खुश सा, सरसा दा किनारा मैं उथे भी खुश सा, हुण कच्ची चमकौर दी गढ़ी मैं इथे भी खुश हाँ। बोले ऐ खुदावंद मैं खुश हूं तेरी रजा में। करतार से कहते थे गोया रूबरू होकर, जिस तरह निरंकार अकाल पुरख वाहिगुरु जी सामने खलोते होवन, रूबरू आमने सामने गलबात करनी। करतार से कहते थे गोया ए रूबरू होकर, कल चमकौर से जाऊंगा मैं सुरखरू होकर। कल मैं इथों चमकौर साहब तो जावांगा सुरखरू होके, निकलांगा सारा करजा उतार के सुरखरू होके। ये निरंकार दे नाल गल्लां पे करदे ने। पता की कहंदे ने कलगियां वाले पातशाह, कहंदे हे निरंकार, हुणे सतगुरु जी का हुक्मनामा आया सी, सत्कारयोग भगत रविदास जी, जब हम होते तब तू नाही, अब तू ही मैं नाही। शब्द नाल मिलते जुलते हैं। पता है की कहते ने कलगियां वाले पातशाह निरंकार नूं, कहते मैं तेरा हूं, बच्चे भी तेरे हैं ऐ मेरे मौला। जदों तू दिते सन उदों भी तेरे सन, जेड़े दो अज मेरे कोलों विछड़ गए ने छोटे साहिबजादे, वो भी तेरे ही हैं, तेरे ही दिते हुए ने। ते आ दो जो मेरे नाल हन, ये भी तेरे हैं। तेरे नाम ते कल नूं इन्हां नूं कुर्बान कर दियांगा, धर्म दे नाम ते। धर्म रब दे नाल जोड़दा है। धर्म दे कुछ असूल हैं। मैं तेरा हूं, बच्चे भी तेरे हैं ऐ मेरे मौला। थे तेरे हैं तेरे, रहेंगे तेरे दाता। जिस हाल में रखें है वही हाल अच्छा। तुद शुक्र के सिवा जुबां पे नहीं कोई शिकवा। मैनू कोई शिकवा, कोई शिकायत, कोई गिला नहीं कि आनंदपुर साहब छोड़ देता, परिवार खेरू खेरू हो गया, कोई गिला शिकवा नहीं, केवल शुक्र।
शुकर शुकर। हे निरंकार वाहिगुरु तेरा शुकराना। जदों कल ये शहादत प्राप्त करनगे उदों भी तेरा शुकराना करांगा। जो जी शुक्र के सिवा जुबां पे नहीं कोई शिकवा। कहंदे सवेरे दिन चढ़े जदों दुश्मनां दियां जलगारां दियां फौजां आउणगियां ते ऐ जिहड़े सिंह ने इन्हां दे पंजां पंजां सिंघां दे जथे बना के बाहर भेजने हन, जिन्हां ने 10 लाख का मुकाबला करना है। सतगुरु सच्चे पातशाह दिन चढ़िया, इन्नी देर तक उधरों भी फौजां आ गई। उन्होंने गुरु महाराज नूं अपने आप नूं हवाले करन वास्ते आखिया ते तीरां दी बौछाड़ दे नाल उतर दिता गया। पहला जत्था भाई मोहकम सिंह नाल 4 सिंह हो, 5 दा जत्था। दूसरा भाई हिम्मत सिंह जी, तीसरा भाई साहिब सिंह जी नाल 4 सिंह। अनेकां नूं जख्मी कीता, अनेकां नूं मौत दे घाट उतारिया ते 10 लाख फौज दे शस्त्र चलने, इन्हां दे तन बदन भी छलनी हो गए, जख्मी हो गए। अखीर इन्हां ने शहादतां प्राप्त कीतियां। साहिबजादा अजीत सिंह कहन लगे सतगुरु मैनू आग्या बख्शिश करो। 18 साल की उम्र, मैं मैदानी जंग के अंदर जावां। हजूर ने बड़ियां हसरत भरियां नजरां नाल वेखिया। कहन लगे पुत्र बेटा तू जंग भी जावेगा। ऐ वेख रहा सामने जिहड़े सिंह गए ने ते मुड़ के वापस नहीं आए। कहते इसे वास्ते ते आग्या लैण लई आया, तुहाडे कोल मैनू आग्या दिओ, मैदाने जंग दे अंदर जावां। सतगुरु जी ने इन्हां दे नाल कुछ होर सिंघां नूं भी तैयार कीता। वो जिहड़े सिंह नाल गए बाबा साहिबजादा अजीत सिंह जी दे, वो वखरा एक फखर महसूस करते पे सन कि सानू साहिबजादा अजीत सिंह जी की जथेदारी दे हेठां लड़न का मौका मिलिया। वो फखर महसूस कर रहे सन। जिस वेले दरवाजा खोलिया गया, गड़ी दे विचों बाहर निकले ते जयकारा छड्डिया सिंघां ने गज बज के उच्ची बुलंद आवाज दे नाल। ते उस वेले मैदानी जंग दे अंदर जाके हलचल मचा दी साहिबजादे अजीत सिंह ने। वेख के हैरान कि वे अंदर ये बिजली वर्गी फुर्ती, बिजली वर्गी ताकत, बिजली वर्गी शक्ति। अनेकां नूं जख्मी कीता, सिंह भी जख्मी होए, नाल दे साथी शहादतां पा गए। साहिबजादे दे कोल पहला एक बरछा सी, बरछे दे नाल वार करदे सन, घोड़े ते सवार। घोड़े नूं भी जख्म लगे, अखीर घोड़ा डिग पिया, जख्मां दी ताब नहीं लिया सकिया। साहिबजादे ने जो बरछे दा वार कीता, एक सिपाही दे तन दे उपर ओ लोहे दीयां तारां दा बनिया होया कोट जिसनूं संजो आखदे ने, वो पहनी हुई सी। जदों ओहदे बरछा मारिया, वो लोहे दीयां तारां दे अंदर बरछे दीयां अणियां अड़ गईयां, बरछा बाहर ना निकल सकिया। जोर लगाया, आखिर टुट गया। साहिबजादा अजीत सिंह ने हुण हाथ दे अंदर ढाल ते श्री साहब तलवार पकड़ी ते मुकाबला कीता। 4 चफेरियों तीर चल रहे सन, वार हो रहे सन, इन्हां दा शरीर भी जख्मी होया। ते जिस वेले इन्हां ने ये शहादत प्राप्त की थी, उस वेले कलगीधर दशमेश पिता साहिब श्री गुरु गोबिंद सिंह जी महाराज खुद आप जयकारा छड़ते हैं।
उस चमकौर दी गड़ी दे टीसी दी उपर उचाई दी उपर सतगुरु जी जिथे साहिबजादा जी इन्हां दुश्मनों का मुकाबला करते पे सन ते घेरे दे विच आए हुए सन, हजूर ने उत्थे तीर चलाए जो 8-8 नूं 10-10 नूं पार हो जाते सन, इतने नूं खत्म कर जाते सन। जितने तीर गुरु कलगीधर दशमेश पिता साहिब श्री गुरु गोबिंद सिंह महाराज जी ने इत्थे चमकौर दी गड़ी दी उपर चलाए, इतने किसी होर जंग विच नहीं चलाए। जिस वेले बड़े भरा साहिबजादा अजीत सिंह नूं शहीद हुंदियां वेखिया ते छोटे सपुत्र छोटा साहिबजादा साहिबजादा जुझार सिंह जी हुण वो सामने पेश होंदे ने, कहंदे गुरु पिता जी मैनू आ गया बख्शो कि उम्र है 14 साल, उन्हां दी 18 साल सी, ये 14 साल। हालांकि बचपन के अंदर सारी शस्त्र विद्या सिखा के निपुण कर दिता सी, शस्त्र विद्या सारी सिखाई। जिस वे कोल आए तो हजूर ने घुट के अपनी छाती दे नाल लगाया, गले दे नाल लगाया, थापड़ा दिता। कहन लगे पुत्र जुझार सिंह तेनू लड़ना आउंदा है, तू लड़ाई मैदाने जंग दे अंदर जाके कर सकना। कहने लगा मुझे लड़ना नहीं आता, मरना तो आता है। जे मैनू लड़ना नहीं आउंदा, जितना कि लड़ सकांगा लड़ांगा, फिर मैं शहादत दा जाम पियांगा, शहीद हो जावांगा। मुझे लड़ना नहीं आता, मरना तो आता है, खुद आगे बढ़कर गला तेग पे तो धरना आता है। हजूर ने थापड़ा दिता, कहंदा मैं अगे वध के तेग दे सामने अपनी गर्दन करके शहीद हो जावांगा, पर पैर पिछे नहीं रखांगा। कहन लगे इतना हौसला, इतना वीर रस, इतनी चढ़ती कला, ये तेनू कित्थों दात प्राप्त हुई है? खुद सतगुरु पूछते पे ने। कहंदे पिता जी दादी मां सानू ये सारा सुणाउंदी हुंदी सी कि गुरु नानक दा उपदेश, पहला मरण कबू, जीवन की छड़ आस, हो सबन की ऋण का तो आओ हमारे पास। फिर दादी मां ने पंचम पातशाह दा शहीदी साका वो सारा सानू सुनाया। दादी मां ने नौवें पातशाह धन श्री गुरु तेग बहादुर साहब दा शहीदी साका भाई मती दास, भाई सती दास, भाई दयाला जी, उन्हां सारियां शहीदां दीयां वारतावां, ये कथा कहानियां सानू सुनाईयां। ते हुण इस वेले मैं अपनी अखां दे सामने गुरसिखां नूं लड़दियां मैदाने जंग दे अंदर कि अपने बड़े भरा साहिबजादा अजीत सिंह नूं शहादत प्राप्त करदियां, शहीद होंदियां वेखिया, ते मेरे मन दे अंदर भी चाह आया, मोहे मरने का चाह, मैनू आ गया, बख्शिश करो। मेरे अंदर एक तांग, एक लालसा पैदा हुई है, जब आब की यौद निदान बने, अत ही रण में तब जूझ मरो। सतगुरु जी ने आप थापड़ा दे के शस्त्र सजा के तोरिया, नाल सिंह भेजे, एक जत्था बना के जकारा छड़ते हुए जदों सामने बाहर आए, वो 10 लाख दियां फौजां दे अंदर हलचल पैदा हो गई। ये की बनया? जिधर नूं जांदे ने खात्मा करी जांदे ने, जिधर नूं जांदे ने कट वड करी जा रहे ने। कहंदे इतनी ताकत, इतनी शक्ति, इतने बलवान, इतने ताकतवर,
ਉਹ ਕਹਿਣ ਲੱਗਾ ਜਿਹੜਾ ਇਹਨਾਂ ਦਾ ਪੀਰ ਹੈ ਨਾ, ਜਿਹੜਾ ਇਹਨਾਂ ਦਾ ਮੁਰਸ਼ਦ ਹੈ, ਉਹਨੇ ਇੱਕ ਆਬੇ ਹਯਾਤ ਤਿਆਰ ਕੀਤਾ ਹੈ ਤੇ ਉਹ ਇਹਨਾਂ ਨੂੰ ਪਿਲਾਇਆ। ਜਿਸ ਦੇ ਜਿਹੜਾ ਵੀ ਉਸ ਨੂੰ ਆਬੇ ਹਯਾਤ ਨੂੰ, ਅੰਮ੍ਰਿਤ ਨੂੰ ਪੀ ਲੈਂਦਾ ਹੈ, ਛਕ ਲੈਂਦਾ ਹੈ, ਕਦੇ ਉਹਦੇ ਅੰਦਰ ਇਸ ਤਰ੍ਹਾਂ ਦੀ ਤਾਕਤ ਤੇ ਸ਼ਕਤੀ ਆ ਜਾਂਦੀ ਹੈ। ਬੜਾ ਜ਼ਬਰਦਸਤ ਕਮਸ਼ਾਨ ਦਾ ਯੁੱਧ ਹੋਇਆ। ਸਤਿਗੁਰੂ ਜੀ ਵੀ ਗੜੀ ਦੀ ਉੱਪਰ ਬੈਠੇ ਤੀਰ ਚਲਾ ਰਹੇ ਹਨ। ਲੜਦਿਆਂ ਲੜਦਿਆਂ, ਮੁਕਾਬਲਾ ਕਰਦਿਆਂ ਕਰਦਿਆਂ ਨਾਲ ਦੇ ਸਿੰਘ ਸਾਥੀ ਉਹ ਜ਼ਖਮੀ ਹੋ ਗਏ, ਸ਼ਹੀਦ ਹੋ ਗਏ। ਆਖਰ ਉਹ ਸਮਾਂ ਵੀ ਆਇਆ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਉਹ ਵੀ ਕਾਫੀ ਜ਼ਖਮੀ ਹੋ ਗਏ, ਔਰ ਸਮਾਂ ਆਇਆ ਫਿਰ ਉਹ ਵੀ ਸ਼ਹੀਦ ਹੋਏ। ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਜਿਸ ਵੇਲੇ ਮੈਦਾਨੀ ਜੰਗ ਦੇ ਅੰਦਰ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਸਤਿਗੁਰੂ ਜੀ ਉਸ ਵੇਲੇ ਜੈਕਾਰਾ ਛੱਡਦੇ ਨੇ ਤੇ ਭਾਈ ਦਇਆ ਸਿੰਘ ਪੁੱਛਦੇ ਨੇ, ਸਤਿਗੁਰੂ ਤੁਹਾਡੇ ਦੋਨੋਂ ਸੁਪੁੱਤਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਨੇ, ਕੋਈ ਖੁਸ਼ੀ ਦਾ ਮੌਕਾ ਥੋੜਾ ਹੀ ਹੈ, ਤੁਸੀਂ ਜੈਕਾਰਾ ਛੱਡਦੇ ਪਏ ਹੋ। ਕਹਿਣ ਲੱਗੇ, ਭਾਈ ਦਇਆ ਸਿੰਘ ਅੱਜ ਤੱਕ ਲੋਕ ਮੈਨੂੰ ਕਹਿੰਦੇ ਸਨ ਸ਼ਹੀਦ ਬਾਪ ਦਾ ਬੇਟਾ, ਸ਼ਹੀਦ ਪਿਤਾ ਦਾ ਪੁੱਤਰ। ਅੱਜ ਤੱਕ ਲੋਕ ਮੈਨੂੰ ਇਹ ਆਖਦੇ ਸਨ ਕਿ ਹੁਣ ਅੱਜ ਤੋਂ ਇਹ ਵੀ ਕਹਿਣਾ ਸ਼ੁਰੂ ਕਰ ਦੇਣਗੇ ਸ਼ਹੀਦ ਪੁੱਤਰ ਦਾ ਪਿਤਾ। ਮੈਂ ਆਪਣੇ ਪੁੱਤਰ ਸ਼ਹੀਦ ਕਰਵਾਏ ਨੇ, ਆਪ ਥਾਪੜਾ ਦੇ ਕੇ ਭੇਜਿਆ, ਮੈਨੂੰ ਕੋਈ ਸ਼ਿਕਵਾ ਗਿਲਾ ਨਹੀਂ। ਮੈਂ ਕੇਵਲ ਸ਼ਹੀਦ ਦਾ ਬੇਟਾ ਹੀ ਨਹੀਂ, ਸ਼ਹੀਦ ਦਾ ਪਿਤਾ ਵੀ ਹਾਂ। ਤੇ ਸੰਸਾਰ ਦੇ ਅੰਦਰ ਇੱਕੋ ਇੱਕ ਮੁਰਸ਼ਦ ਹੈ, ਇੱਕੋ ਇੱਕ ਪੈਗੰਬਰ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। शहीद बेटियां दा पिता, शुक्र अकाल पुरख का किया उठा के सर, और अर्ज की कर बंदे पर नजर, मुझ पर से आज तेरी अमानत अदा हुई, बेटे की जान धर्म पर से कुर्बान हुई। ते उसनूं थापड़ा दे के जदों तोड़न लगे सन ना, ते उस वेले भी एक बचन आखिया सी। अल्लाह यारखां जोगी कहंदा है, पुत्र जुझार सिंह ख्वाहिश है मेरे दिल के अंदर, तुम्हें तेग चलाते हुए देखें, इस आंख से हम तुम्हें बरछी खाते हुए देखें। जदों तुसी शहीद होवो, अखीर ते वो लिखदा, कहन लगे बस दुनिया में एक ही तीर्थ है यात्रा के लिए। कहते तीर्थ और भी बथेरे ने, दुनिया में एक ही तीर्थ है यात्रा के लिए, जहां कटाए बेटे बाप ने खुदा के लिए धर्म दे नाम दे कुर्बान कीते। ऐसे पिता तो ऐसे कलगीधर पातशाह साहिब श्री गुरु गोबिंद सिंह महाराज, मैं तुझे आगे अरदास, हे रब हे सस हे करुणा निध मेरी यह बेनती सुन लीजै, और न मांगत हूं तुम ते कछ चाहत हूं, चित मैं सोई कीजै। शस्त्रन सोवत हीरण भीतर जूझ मरो, तो साच पतीजै, संत सहाय सदा जग माए, कृपा कर श्याम ये है वर दीजै। ये अरदास करते हैं, मैं तुझे आगे अरदास, क्योंकि चौहां साहिबजादियां दा जिक्र आ रहा सी ते आरंभता विच अर्ज कीती सी, गुरु की औलाद संतान होना नूं ये साहिबजादियां दा दर्जा आदर मान प्राप्त नहीं हो सकिया, जो कलगीधर पातशाह साहिब श्री गुरु गोबिंद सिंह महाराज जी दे सपुत्रां नूं साहिबजादियां दे नाम दा दर्जा प्राप्त होया। गुरु कृपा करे कुछ प्रेरणा मिल सके, भुल्लां चुकां खेमा। वाहिगुरू जी का खालसा वाहिगुरू जी की फतेह। राम कली महला तीजा, अनेक ओंकार सतगुरु प्रसादे, आनंद भया मेरी माए, सतगुरु में पाया। सतगुरु तां पाया सह सेती मन वजियां वाधाइयां, राग रतन परवार परियां